ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਮਾਝ ਮਹੱਲਾ ਪੰਜਵਾਂ ਕਰ ਦੂਜਾ, ਨਿਤ ਦਇਓ ਸੰਭਾਲੀਏ, ਮੂਲ ਨਨ ਮਨੋ ਵਸਾਰੀਏ ਰਹਾਓ। ਸੰਤਾਂ ਸੰਗਤ ਪਾਈਏ, ਜਿਤ ਜਮ ਕੇ ਪੰਥ ਨ ਜਾਈਏ, ਤੋਸਾ ਹਰ ਕਾ ਨਾਮ ਲੈ, ਤੇਰੇ ਕੋਲੋਂ ਨ ਲਾਗੇ ਗਾਲ ਜਿਓ। ਜੋ ਸਿਮਰਨ ਦੇ ਸਾਈਂ ਸਾਈਏ, ਨਰਕ ਨ ਸੇਈ ਪਾਈਏ। ਤਤੀ ਵਾਹ ਨ ਲੱਗਈ, ਜਿਨ ਮਨ ਬੁੱਠਾ ਆਏ ਜਿਓ। ਸਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ। ਹਰ ਤਨ ਜਿਨੀ ਸੰਜਿਆ, ਸਈ ਗੰਭੀਰ ਅਪਾਰ ਜਿਓ। ਹਰ ਅੰਮ੍ਰਿਉ ਰਸਾਇਣ ਪੀਵੀਏ, ਮੂੰਹ ਡਿੱਠੇ ਜਨ ਕੇ ਜੀਵੀਏ। ਕਾਰਜ ਸਭ ਸਵਾਰ ਲੈ, ਨਿਤ ਪੂਜੇ ਗੁਰ ਕੇ ਭਾਵ ਜਿਓ। ਜੋ ਹਰ ਕੀਤਾ ਆਪਣਾ, ਤਿਨੀ ਗੁਸਾਈ ਜਾਪਣਾ। ਸੋ ਸੂਰਾ ਪ੍ਰਦਾਨ ਸੋ, ਮਸਤਕ ਜਿਸ ਦੇ ਭਾਗ ਜਿਓ। ਮਨ ਮੰਦੇ ਮਨ ਅਵਗਾਇਆ, ਇਹ ਰਸ ਭੋਗਣ ਪਾਸ਼ਾਈਆਂ। ਮੰਦਾ ਮੂਲ ਨ ਉਪਜਿਓ, ਤੇਰੀ ਸੱਚੀ ਕਾਰੇ ਲਾਗ ਜਿਓ। ਕਰਤਾ ਮਨ ਵਸਾਇਆ, ਜਨਮੇ ਕਾ ਫਲ ਪਾਇਆ। ਮਨ ਭਵਨ ਦਾ ਕੰਤ ਹਰ, ਤੇਰਾ ਥਿਰ ਹੋਆ ਸੁਹਾਗ ਜਿਓ। ਅਟਲ ਪਦਾਰਥ ਪਾਇਆ, ਪੈ ਭੰਜਨ ਕੀ ਸਰਣ ਆਇਆ। ਲਾਏ ਅੰਚਲ ਨਾਨਕ ਤਾਰਿਅਨ, ਜਿਤਾ ਜਨਮ ਅਪਾਰ ਜਿਓ। ਅਟਲ ਪਦਾਰਥ ਪਾਇਆ, ਪੈ ਭੰਜਨ ਕੀ ਸਰਣ ਆਇਆ। ਲਾਏ ਅੰਚਲ ਨਾਨਕ ਤਾਰਿਅਨ, ਜਿਤਾ ਜਨਮ ਅਪਾਰ ਜਿਓ। ਗੁਰੂ ਜੀ ਕਹਿੰਦੇ ਹਨ ਕਿ ਸਦਾ ਸਦਾ ਦਿਆਲੂ ਭਾਵ ਪ੍ਰੇਰਨਾ ਦੇਣ ਵਾਲਾ ਜੋ ਸਾਡਾ ਮੂਲ ਹੈ, ਉਸ ਨੂੰ ਕਦੇ ਵੀ ਮਨੋਂ ਨਹੀਂ ਵਿਸਾਰਨਾ ਚਾਹੀਦਾ ਜੀ। ਆਤਮ ਬੋਧ ਦਾ ਤੋਸਾ, ਬੁੱਧੀ ਸੰਤੋਖ ਰੂਪ ਖਰਚਾ ਆਪਣੇ ਪੱਲੇ ਬੰਨ੍ਹ ਕੇ ਫੇਰ ਤੋਂ ਜਮ ਦੇ ਰਾਹ ਭਾਵ ਕੁਰਾਹੇ ਨਹੀਂ ਪੈਣਾ ਜੀ। ਅਤੇ ਆਪਣੀ ਸਾਰੀ ਕੁੱਲ ਮਾਨਵਤਾ ਰੂਪੀ ਕੁੱਲ ਵਾਸਤੇ ਪ੍ਰੇਰਨਾ ਬਣਨਾ ਹੈ ਜੀ। ਜੋ ਆਪਣੇ ਮੂਲ ਸਾਈਂ ਨੂੰ ਇੱਕ ਚਿੱਤ ਇੱਕ ਮਨ ਵਿੱਚ ਰੱਖਦੇ ਹਨ, ਉਹ ਹਉਮੈ ਰੂਪੀ ਨਰਕ ਵਿੱਚ ਨਹੀਂ ਪੈਂਦੇ ਜੀ। ਉਹਨਾਂ ਦੇ ਮਨ ਵਿੱਚ ਪਰਮੇਸ਼ਰ ਆਪ ਆ ਕੇ ਵਸ ਜਾਂਦਾ ਹੈ ਜੀ। ਅਤੇ ਉਹਨਾਂ ਨੂੰ ਕਦੀ ਤੱਤੀ ਵਾਓ ਔਖਿਆਈ ਨਹੀਂ ਲੱਗਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਗੁਰਸ਼ਬਦ ਗੁਰਬਾਣੀ ਰਾਹੀਂ ਸਤਸੰਗਤ ਵਿੱਚ ਬੈਠ ਕੇ ਆਤਮਿਕ ਗਿਆਨ ਰੂਪ ਧਨ ਨੂੰ ਸੰਚਿਆ ਹੈ, ਜਾਣੀ ਖੋਜਿਆ ਹੈ, ਉਹੀ ਉਸ ਅਪਾਰ ਪਰਮੇਸ਼ਰ ਨੂੰ ਪ੍ਰਤੀਤੀ ਕਰ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰੂ ਦੁਆਰਾ ਅੰਮ੍ਰਿਤ ਰਸ ਆਤਮ ਗਿਆਨ ਨੂੰ ਪੀਣ ਨਾਲ ਬੁੱਧੀ ਸੁਰਜੀਤ ਹੁੰਦੀ ਹੈ ਜੀ। ਅਤੇ ਸਾਡੇ ਸਾਰੇ ਕਾਰਜ ਰਾਸ ਆਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਕੋਈ ਭਾਗਾਂ ਵਾਲਾ ਹੈ, ਜਿਸ ਨੇ ਆਪਣੇ ਹਰ ਮੂਲ ਨੂੰ ਪਛਾਣਿਆ ਹੈ ਜੀ। ਉਹਨਾਂ ਨੇ ਹੀ ਸ੍ਰਿਸ਼ਟੀ ਦੇ ਮਾਲਕ ਨੂੰ ਜਾਤਾ ਹੈ ਜੀ। ਉਹ ਮਨੁੱਖ ਸੁਰਜੀਤ ਹਨ ਜੀ ਅਤੇ ਆਪਣੇ ਅਸਲ ਸਰੂਪ ਪ੍ਰਧਾਨ ਨੂੰ
ਪਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਆਪਣੇ ਮਨ ਅੰਦਰ ਹੀ ਉਸ ਪ੍ਰਭ ਵਾਸਤੇ ਡੁੱਬੀ ਲਾਉਂਦੇ ਹਨ ਜੀ, ਅਤੇ ਦੁਨੀਆ ਦੀਆਂ ਬਾਦਸ਼ਾਹੀਆਂ ਜਿਹਾ ਸੁੱਖ ਮਾਣਦੇ ਹਨ ਜੀ। ਫਿਰ ਐਸੇ ਮਨ ਵਿੱਚੋਂ ਕੋਈ ਵਿਕਾਰ, ਦਵੈਤ ਭਾਵ ਪੈਦਾ ਨਹੀਂ ਹੁੰਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਆਪਣੇ ਅੰਦਰ ਆਪਣੇ ਕਰਤੇ ਨੂੰ ਵਸਾ ਲਿਆ ਹੈ, ਭਾਵ ਪ੍ਰਗਟ ਕਰ ਲਿਆ ਹੈ, ਉਹਨਾਂ ਦਾ ਜੀਵਨ ਸਫਲ ਹੈ ਜੀ। ਐਸੇ ਗੁਰਮੁਖ ਪੂਰੇ ਸੁਹਾਗਣ ਰੂਪ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹਨਾਂ ਨੂੰ ਸਦਾ ਰਹਿਣ ਵਾਲਾ ਧਨ ਲੱਭ ਪਿਆ ਹੈ ਜੀ, ਅਤੇ ਉਸ ਪਰਮੇਸ਼ਰ ਨੇ ਇਹਨਾਂ ਨੂੰ ਆਪਣੇ ਪੱਲੇ ਨਾਲ ਲਾ ਕੇ ਸੰਸਾਰ ਰੂਪ ਭਾਵ ਸਾਗਰ ਪਾਰ ਕਰਾ ਦਿੱਤਾ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਨਿਤ ਨਿਤ ਗੁਰਸ਼ਬਦ, ਗੁਰਬਾਣੀ ਦੀ ਸਿੱਖ ਅਤੇ ਜਾਗਰਣ ਤੇ ਨਿਤ ਨਿਤ ਸਿਮਰਨ ਦੀ ਸੇਧ ਜਗਿਆਸੂ ਨੂੰ ਪਰਮੇਸ਼ਰ ਨਾਲ ਜੋੜਨ ਵਾਲੀ ਹੈ ਜੀ। ਇਹ ਸੋਝੀ ਗੁਰਸ਼ਬਦ, ਗੁਰਬਾਣੀ ਦੀ ਸਿੱਖ ਤੇ ਚੱਲ ਕੇ ਅਤੇ ਸਤਸੰਗਤ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ ਜੀ। ਕਿ ਨਾਮ ਸਿਮਰਨ ਪ੍ਰਭ ਦੇ ਦਰਬਾਰ ਤੱਕ ਅਪੜਨ ਲਈ ਰਸਤੇ ਵਿੱਚ ਖਰਚ ਕਰਨ ਲਈ ਤੋਸੇ ਦੀ ਨਿਆਈ ਹੈ ਜੀ। ਜੇ ਇਹ ਕਹਿ ਦਈਏ ਕਿ ਇਹ ਪਰਮੇਸ਼ਰ ਦੇ ਦਰ ਉੱਤੇ ਪਹੁੰਚਣ ਲਈ ਰਾਹਦਾਰੀ ਹੈ, ਤਾਂ ਇਹ ਵਿਚਾਰ ਹੋਰ ਵੀ ਢੁਕਵਾਂ ਹੋਵੇਗਾ ਜੀ। ਜਿਸ ਸਿਮਰਨ ਦੀ ਰਾਹੀਂ ਰਾਹਦਾਰੀ ਕੋਲ ਹੋਵੇ, ਤਾਂ ਜੀਵ ਨੂੰ ਜੰਮ ਕੇ ਪੰਥ ਨਾ ਪਾਈਏ ਵਾਲੀ ਪ੍ਰਵਾਨਗੀ ਮਿਲ ਗਈ ਸਮਝੋ। ਪਰ ਇਹ ਰਾਹਦਾਰੀ ਅਥਵਾ ਅਜਿਹਾ ਪ੍ਰਮਾਣ ਪੱਤਰ ਇਤਨਾ ਛੇਤੀ ਨਹੀਂ ਮਿਲਦਾ। ਗੁਰਸ਼ਬਦ, ਗੁਰਬਾਣੀ ਦੀ ਸਿੱਖਿਆ ਲੈ ਕੇ ਆਪਣਾ ਤਨ, ਮਨ, ਧਨ ਸੇਵਾ ਵਜੋਂ ਗੁਰੂ ਦੇ ਹਵਾਲੇ ਕਰਨਾ ਪੈਂਦਾ ਹੈ ਜੀ। ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਨਿਤ ਪੂਜਿਓ ਗੁਰ ਕੇ ਭਾਵ ਜਿਓ, ਵਾਲਾ ਪ੍ਰੇਮੀ ਬਣਤੇ ਹੀ ਇਹ ਦਾਤ ਪ੍ਰਾਪਤ ਹੁੰਦੀ ਹੈ। ਭਾਵ ਆਪਾ ਆਪਣਾ ਮਾਰ ਕੇ ਵਾਹਿਗੁਰੂ ਦੇ ਨਾਲ ਲਿਵ ਲਗਾਉਣੀ ਹੈ ਜੀ। ਫਿਰ ਹੀ ਇਸ ਦੀ ਪ੍ਰਤੀਤੀ ਹੋ ਸਕਦੀ ਹੈ ਜੀ। ਉਸ ਪਰਮੇਸ਼ਰ ਦਾ ਨਾਮ ਰਸ ਹਰ ਕਾ ਬਲੋਵ ਨਾ ਬਲੋਵ ਮੇਰੇ ਭਾਈ, ਤੇ ਅਮਲ ਕੀਤਿਆਂ ਹੀ ਮਿਲਦਾ ਹੈ। ਜਦੋਂ ਕੇਵਲ ਗੁਰਸ਼ਬਦ, ਗੁਰਬਾਣੀ ਨਾਮ ਹਿਰਦੇ ਵਿੱਚ ਰਾਹੀਂ ਗੁਰਨਾਮ ਹਿਰਦੇ ਵਿੱਚ ਵਸ ਜਾਂਦਾ ਹੈ, ਫਿਰ ਜਿਤਨੇ ਪਦਾਰਥ ਅਤੇ ਰਾਜ ਸੁੱਖ ਭੋਗ ਹਨ, ਸਾਰੇ ਹੀ ਛਿਨ ਭੰਗਰ ਜਾਪਣ ਲੱਗ ਪੈਂਦੇ ਹਨ। ਮਨੁੱਖਾ ਜਨਮ ਦਾ ਇਹੋ ਉੱਤਮ ਫਲ ਸਮਝਣਾ ਚਾਹੀਦਾ ਹੈ ਕਿ ਕਰਤਾ ਪੁਰਖ ਮਨ ਵਿੱਚ ਵਸ ਜਾਵੇ। ਜਦੋਂ ਮਨ ਵਿੱਚ ਵਸ ਗਿਆ, ਤਾਂ ਅਚਲ ਰਾਜੇ ਟਲ ਸਾਜੇ ਦਾ ਤਤ ਗਿਆਨ ਪ੍ਰਾਪਤ ਹੋ ਗਿਆ ਜਾਣੋ। ਗੁਰਬਾਣੀ ਅਨੁਸਾਰ ਮਨੁੱਖੀ ਜ਼ਿੰਦਗੀ ਦੀ ਸਫਲਤਾ ਕਿਸੇ ਸੰਸਾਰੀ ਧਨ ਨਾਲ, ਨਾ ਕਿਸੇ ਸੰਸਾਰੀ ਰੁਤਬੇ ਨਾਲ ਜੁੜੀ ਹੋਈ ਹੈ। ਇਹ ਸਭ ਕੁਝ ਮਿਥਿਆ ਹੋਇਆ ਹੈ ਜੀ। ਭਾਵ ਇਹ ਸਭ
ਚਲਾਇਮਾਨ ਹਨ। ਅੱਜ ਹਨ, ਕੱਲ੍ਹ ਨਹੀਂ ਹਨ। ਇਹਨਾਂ ਦੇ ਜਾਣ ਦਾ ਡਰ ਬਣਿਆ ਰਹਿੰਦਾ ਹੈ ਜੀ। ਇਸ ਤਰ੍ਹਾਂ ਸੰਸਾਰੀ ਰਿਸ਼ਤੇ ਵੀ ਚਲਾਇਮਾਨ ਹਨ ਜੀ। ਗੁਰਮਤਿ ਸਿੱਖਿਆ ਦਿੰਦੀ ਹੈ ਕਿ ਸਫਲ ਜਨ, ਸਫਲ ਰਿਸ਼ਤਾ ਉਹੀ ਹੈ ਜਿੱਥੇ ਗੁਰਮੁਖਾਂ ਨੇ ਆਪਣੇ ਅੰਦਰ ਬੈਠੇ ਪਰਮੇਸ਼ਰ ਨੂੰ ਗੁਰਸ਼ਬਦ ਗੁਰਬਾਣੀ ਦੀ ਸਿੱਖ 'ਤੇ ਚੱਲ ਕੇ ਉਸਨੂੰ ਲੱਭ ਲਿਆ ਹੈ ਜੀ, ਅਤੇ ਉਸ ਨਾਲ ਉਸਨੇ ਵਿਆਹ ਕਰ ਲਿਆ ਹੈ ਜੀ, ਅਤੇ ਸਦਾ ਸੁਹਾਗਣ ਰੂਹ ਹੋ ਗਿਆ ਹੈ ਜੀ। ਭਾਵ ਉਸ ਪਰਮੇਸ਼ਰ ਨਾਲ ਇੱਕ ਮੂਲ ਨਾਲ ਜੁੜ ਕੇ ਇੱਕਮਿਕ ਹੋ ਗਿਆ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।